ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਤੁਹਾਡੀ ਰੀਡਰ ਦੀ ਪਹਿਲੀ ਪਾਠ ਪੁਸਤਕ ਸਾਹਿਤ ਮਾਲਾ ਭਾਗ 10 ਜਿਸ ਦੇ ਵਿੱਚ ਪੰਜਾਬੀ ਕਵਿਤਾ ਅਤੇ ਵਾਰਤਕ ਦੇ ਲੇਖ ਜਿਹੜੇ ਉਹ ਸ਼ਾਮਿਲ ਕੀਤੇ ਗਏ ਨੇ, ਉਹਦਾ ਫਸਟ ਚੈਪਟਰ ਸੋ ਕਿਉਂ ਮੰਦਾ ਆਖੀਏ ਕਾਵ ਰਚਨਾ ਦੇ ਅਧੀਨ ਆਉਂਦਾ ਹੈ। ਗੁਰਬਾਣੀ ਦਾ ਇਹ ਸ਼ਬਦ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਹੋਇਆ ਹੈ। ਇਹ ਸ਼ਬਦ ਬੇਟਾ ਗੁਰਮਤਿ ਕਾਵ ਦੇ ਅਧੀਨ ਆਉਂਦਾ ਹੈ। ਗੁਰਮਤਿ ਕਾਵ, ਕਾਵ ਕਵਿਤਾ, ਕਵਿਤਾ ਨੂੰ ਮੁੱਖ ਰੂਪ ਦੇ ਵਿੱਚ 3 ਜਾਂ 4 ਭਾਗਾਂ ਦੇ ਵਿੱਚ ਵੰਡਿਆ ਗਿਆ ਆ। ਗੁਰਮਤਿ ਕਾਵ, ਉਹਦੇ ਜਿਹੜੇ ਭਾਗ ਆ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ। ਗੁਰਮਤਿ ਕਾਵ, ਸੂਫੀ ਕਾਵ, ਕਿੱਸਾ ਕਾਵ, ਵੀਰ ਕਾਵ, ਠੀਕ ਹੈ ਜੀ। ਔਰ ਇਹ ਜਿਹੜਾ ਸ਼ਬਦ ਆ ਇਹ ਗੁਰਮਤਿ ਕਾਵ ਦੇ ਅਧੀਨ ਆਉਂਦਾ ਹੈ। ਗੁਰਮਤਿ ਕਾਵ ਦਾ ਰਚਨਾ ਕਾਲ ਵੈਸੇ ਤਾਂ ਸ਼ੇਖ ਫਰੀਦ ਜੀ ਤੋਂ ਮੰਨਿਆ ਜਾਂਦਾ ਹੈ, ਪਰ ਸ਼ੇਖ ਫਰੀਦ ਜੀ ਨੂੰ ਸੂਫੀ ਕਾਵ ਧਾਰਾ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੋ ਗੁਰਮਤਿ ਕਾਵ ਜਿਹੜਾ ਆ ਉਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਪੀਰੀਅਡਸ ਤੋਂ ਸ਼ੁਰੂ ਹੁੰਦਾ ਹੈ, ਜਾਣੀ ਕਿ 1469 ਈਸਵੀ ਦੇ ਵਿੱਚ ਤੋਂ ਲੈ ਕੇ 1469 ਈਸਵੀ ਤੋਂ ਸ਼ੁਰੂ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਦਾ ਸਮਾਂ 1708 ਈਸਵੀ ਤੱਕ ਦਾ ਸਮਾਂ ਜਿਹੜਾ ਹੈ ਉਹ ਗੁਰਮਤਿ ਕਾਵ ਧਾਰਾ ਦਾ ਸਮਾਂ ਮੰਨਿਆ ਜਾਂਦਾ ਹੈ। ਗੁਰਮਤਿ ਮਤਲਬ ਗੁਰੂ ਦੀ ਸਿੱਖਿਆ, ਗੁਰੂ ਦੀ ਮੱਤ, ਗੁਰਬਾਣੀ। ਜਿਸ ਟਾਈਮ ਪੀਰੀਅਡ ਦੇ ਵਿੱਚ ਇਸ ਸਾਰੀ ਗੁਰਬਾਣੀ ਦੀ ਸਿੱਖ ਧਰਮ ਦੇ 10 ਗੁਰੂ ਸਾਹਿਬਾਨਾਂ ਨੇ ਰਚਨਾ ਕੀਤੀ ਔਰ ਇਸ ਨੂੰ ਕਵਿਤਾ ਦਾ ਸੁਨਹਿਰੀ ਯੁੱਗ ਵੀ ਮੰਨਿਆ ਜਾਂਦਾ ਹੈ, ਕਾਵ ਧਾਰਾ ਦਾ ਸੁਨਹਿਰੀ ਯੁੱਗ ਮੰਨਿਆ ਜਾਂਦਾ ਹੈ। ਸੋ ਆਓ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਜਾਣੀਏ, ਜੋ ਕਿ ਸਿੱਖ ਧਰਮ ਦੇ ਬਾਨੀ ਸਨ, ਸਿੱਖ ਧਰਮ ਦੇ ਮੋਢੀ ਸਨ, ਸ੍ਰੀ ਗੁਰੂ ਨਾਨਕ ਦੇਵ ਜੀ। 1469 ਤੋਂ 1539 ਤੱਕ ਦਾ ਸਮਾਂ ਹੈ। ਇਹਨਾਂ ਦਾ ਜਨਮ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਅੱਜ ਕੱਲ੍ਹ ਨਨਕਾਣਾ ਸਾਹਿਬ ਜਿਸ ਨੂੰ ਕਿਹਾ ਜਾਂਦਾ ਹੈ, ਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਸੀ, ਅਤੇ ਇੱਕ ਇਹਨਾਂ ਦੀ ਭੈਣ ਸੀ ਬੇਬੇ ਨਾਨਕੀ। ਇੱਥੇ ਬੇਟਾ ਜੀ ਜਿਹੜੇ ਨਹੀਂ ਵੀ ਦਿੱਤੇ ਹੋਏ ਉਹ ਤੁਸੀਂ ਨਾਮ ਲਿਖ ਲੈਣੇ ਹੈਗੇ ਆ, ਮੈਂ ਨਾਮ ਬੋਲ ਰਹੀ ਹਾਂ। ਭੈਣ ਦਾ ਨਾਮ ਬੇਬੇ ਨਾਨਕੀ ਸੀ। ਉਸ ਤੋਂ ਬਾਅਦ ਗੁਰੂ ਜੀ ਦਾ ਵਿਆਹ ਹੋਇਆ ਮਾਤਾ ਸੁਲੱਖਣੀ ਜੀ ਦੇ ਨਾਲ, ਅਤੇ ਉਹਨਾਂ ਦੇ ਘਰ 2 ਪੁੱਤਰ ਪੈਦਾ ਹੋਏ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ। ਗੁਰੂ ਜੀ ਨੇ ਕੇਵਲ ਬਾਣੀ ਹੀ ਨਹੀਂ ਰਚੀ, ਸਗੋਂ ਮਹਾਨ ਸਮਾਜ ਸੁਧਾਰਕ ਵਜੋਂ ਲੋਕ ਚੇਤਨਾ ਵੀ ਜਗਾਈ। ਲੋਕ ਚੇਤਨਾ ਜਾਗਰੂਕ ਕਰਨਾ, ਲੋਕਾਂ ਨੂੰ ਜਗਾਉਣਾ, ਲੋਕਾਈ ਨੂੰ ਸੱਚ ਦੇ ਮਾਰਗ ਦਾ ਉਪਦੇਸ਼ ਦਿੱਤਾ। ਲੋਕਾਈ ਕੀ ਹੈ? ਲੋਕ, ਸੰਸਾਰ ਦੇ, ਦੁਨੀਆ ਦੇ। ਆਪ ਨੇ 4 ਉਦਾਸੀਆਂ ਵਿੱਚ ਬਹੁਤ ਦੂਰ ਦੂਰ ਦੇਸ਼ ਪ੍ਰਦੇਸ਼ ਦੀ ਯਾਤਰਾ ਕੀਤੀ। 4 ਉਦਾਸੀਆਂ, 4 ਉਦਾਸੀਆਂ ਤੋਂ ਭਾਵ ਹੈ ਯਾਤਰਾਵਾਂ। ਚਾਰੇ ਦਿਸ਼ਾਵਾਂ ਦੇ ਵਿੱਚ, ਪੂਰਬ, ਪੱਛਮ, ਉੱਤਰ ਅਤੇ ਦੱਖਣ ਦੇ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਥੀ ਭਾਈ ਬਾਲਾ ਜੀ ਅਤੇ ਮਰਦਾਨੇ ਦੇ ਨਾਲ ਕੁਝ ਸਮਾਂ ਭਾਈ ਮਰਦਾਨਾ ਜੀ ਰਹੇ ਇਕੱਲੇ, ਅਤੇ ਕੁਝ ਸਮਾਂ ਇਹ ਦੋਵੇਂ ਭਾਈ ਬਾਲਾ ਅਤੇ ਮਰਦਾਨਾ ਦੋਵੇਂ ਇਹਨਾਂ ਦੀਆਂ ਯਾਤਰਾਵਾਂ ਦੇ ਨਾਲ ਸਨ। ਆਪ ਨੇ ਉਸ ਸਮੇਂ ਦੇ ਹਰ ਧਰਮ ਦੇ ਤੀਰਥ ਅਸਥਾਨ 'ਤੇ ਗਏ ਅਤੇ ਉੱਥੋਂ ਦੇ ਧਾਰਮਿਕ ਪੈਰੋਕਾਰਾਂ ਨਾਲ ਵਿਚਾਰ ਵਟਾਂਦਰਾ, ਗੋਸ਼ਟਾਂ ਕੀਤੀਆਂ। ਗੋਸ਼ਟਾਂ ਹੁੰਦੀਆਂ ਆ ਬਹਿਸਬਾਜ਼ੀ, ਕੁਐਸਚਨ ਆਨਸਰ ਕਰਨੇ, ਪ੍ਰਸ਼ਨ ਉੱਤਰ ਕਰਨੇ, ਵਿਚਾਰ ਵਟਾਂਦਰਾ ਕੀਤੇ। ਆਪ ਸਭ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ ਅਤੇ ਨੇਕ ਕਰਨੀ ਉੱਤੇ ਜ਼ੋਰ ਦਿੰਦੇ ਸਨ। ਨੇਕ ਕਰਨੀ ਮਤਲਬ ਕਰਮ ਕਰਨਾ। ਆਪਣੀਆਂ ਯਾਤਰਾਵਾਂ ਤੋਂ ਬਾਅਦ
ਆਪ ਜੀ ਨੇ ਗ੍ਰਹਿਸਥੀ ਜੀਵਨ ਬਤੀਤ ਕੀਤਾ, ਗ੍ਰਹਿਸਥੀ ਪਰਿਵਾਰਕ ਜੀਵਨ। ਇਸ ਸਮੇਂ ਆਪ ਨੇ ਕਰਤਾਰਪੁਰ ਵਿਖੇ ਖੇਤੀਬਾੜੀ ਕਰਕੇ 10 ਨੌਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ। ਹਾਂਜੀ ਬੇਟਾ, ਇਹ ਇੰਪੋਰਟੈਂਟ ਲਾਈਨ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ ਭਰਮਾਂ ਦਾ ਖੰਡਨ ਕਰਦਿਆਂ ਹੋਇਆਂ ਘਰ-ਬਾਰ ਸੰਸਾਰ ਤਿਆਗ ਕੇ ਬਾਹਰ ਜੰਗਲਾਂ ਵਿੱਚ ਜਾ ਕੇ ਤਪ ਕਰਨ ਨੂੰ ਸਹੀ ਨਹੀਂ ਕਿਹਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਆਪਣਾ ਪਰਿਵਾਰ ਛੱਡ ਜਿਓ, ਬੱਚੇ ਛੱਡ ਜਾਓ ਅਤੇ ਬਾਹਰ ਜੰਗਲਾਂ ਦੇ ਵਿੱਚ ਭਗਤੀ ਕਰਨ ਚਲੇ ਜਾਓ। ਨਹੀਂ, ਸਗੋਂ ਉਹਨਾਂ ਦੇ ਅਨੁਸਾਰ ਕਿ ਘਰ ਪਰਿਵਾਰ ਦੇ ਵਿੱਚ ਗ੍ਰਹਿਸਥੀ ਜੀਵਨ ਦੇ ਵਿੱਚ ਰਹਿ ਕੇ ਹੀ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਅਤੇ ਇਹ ਕਰਮ ਜਿਹੜਾ ਆ ਉਹਨਾਂ ਨੇ ਆਪ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਇਆ। ਆਪ ਨੇ ਆਪਣੇ ਅੰਤਲੇ 17 ਸਾਲ, ਆਪਣੇ ਜੀਵਨ ਦੇ ਅਖੀਰਲੇ 17 ਸਾਲ ਕਰਤਾਰਪੁਰ ਵਿੱਚ ਰਹਿ ਕੇ ਹੱਥੀਂ ਖੇਤੀਬਾੜੀ ਕੀਤੀ। ਇਹ ਕਰਤਾਰਪੁਰ ਉਹਦੀ ਗੱਲ ਹੋ ਰਹੀ ਹੈ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਅਤੇ ਇਹ ਪਿਛਲੇ ਤੋਂ ਪਿਛਲੇ ਸਾਲ ਜਦੋਂ ਕਰਤਾਰਪੁਰ ਦਾ ਲਾਂਘਾ, ਆਪਾਂ ਕਹਿੰਦੇ ਹਾਂ ਕਿ ਕੋਰੀਡੋਰ ਖੁੱਲ੍ਹਿਆ ਸੀ, ਬਣਿਆ ਸੀ, ਭਾਰਤੀ ਜਿਹੜੇ ਲੋਕ ਆ ਉੱਧਰ ਦਰਸ਼ਨ ਕਰਨ ਜਾ ਰਹੇ ਨੇ ਗੁਰਦੁਆਰੇ ਦੇ ਵਿੱਚ। 10 ਨੌਹਾਂ ਦੀ ਕਿਰਤ ਕਰਨ ਦਾ ਰਾਹ ਦੱਸਿਆ। 10 ਨੌਹਾਂ ਮਤਲਬ ਹੱਥੀਂ ਮਿਹਨਤ ਦੀ ਕਮਾਈ ਜਿਹੜੀ ਕਰਨੀ ਹੈ ਉਹਨੂੰ ਮਹਾਨਤਾ ਦੱਸੀ ਹੈ। ਅਤੇ ਉਹਨਾਂ ਦਾ ਇੱਕ ਮੇਨ ਸਿਧਾਂਤ ਸੀ ਜੋ ਸਾਰਿਆਂ ਨੇ ਸੁਣਿਆ ਹੋਇਆ ਹੈ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਆਪ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਪਜੀ ਸਾਹਿਬ ਅਤੇ ਆਸਾ ਦੀ ਵਾਰ ਆਪ ਦੀਆਂ ਸਭ ਤੋਂ ਪ੍ਰਸਿੱਧ ਬਾਣੀਆਂ ਹਨ। ਆਪ ਜੀ ਦੀ ਬਾਣੀ ਵਿੱਚ ਫਾਰਸੀ, ਅਰਬੀ, ਹਿੰਦੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਮਿਲਦੇ ਹਨ। ਆਪ ਦੀ ਬਾਣੀ ਵਿੱਚੋਂ ਕੁਝ ਸ਼ਬਦ ਵਿਦਿਆਰਥੀਆਂ ਦੇ ਪੜ੍ਹਨ ਲਈ ਦਿੱਤੇ ਜਾ ਰਹੇ ਹਨ। ਇਹ ਤੁਹਾਡੀ ਬੁੱਕ ਦੇ ਵਿੱਚ ਬੇਟਾ ਜੀ ਦਿੱਤਾ ਹੀ ਹੋਇਆ ਆ। ਸੋ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਇੰਟਰੋਡਕਸ਼ਨ, ਜਿਹੜੀਆਂ ਹੋਰ ਸ਼ਬਦ ਮੈਂ ਤੁਹਾਨੂੰ ਐਕਸਟਰਾ ਨਾਲ ਦੱਸੇ ਹੈਗੇ ਆ, ਉਹ ਤੁਸੀਂ ਨਾਲ ਦੀ ਨਾਲ ਆਪਣੀਆਂ ਨੋਟਬੁੱਕਸ 'ਤੇ ਜ਼ਰੂਰ ਨੋਟ ਕਰਨੇ ਨੇ। ਸੋ ਅਗਲਾ ਇਹਦੇ ਵਿੱਚ ਬੁੱਕ ਦੇ ਵਿੱਚ ਸ਼ਬਦ ਦਿੱਤਾ ਹੋਇਆ ਪਵਨ ਗੁਰੂ ਪਾਣੀ ਪਿਤਾ, ਉਹ ਸਾਡਾ ਸਿਲੇਬਸ ਦਾ ਭਾਗ ਨਹੀਂ ਹੈ। ਅਸੀਂ ਜਿਹੜਾ ਸ਼ਬਦ ਕਰਨਾ ਹੈ ਉਹਨਾਂ ਦਾ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਿਲ ਉਹ ਹੈ ਸੋ ਕਿਉ ਮੰਦਾ ਆਖੀਏ। ਲਾਸਟ ਦੇ ਵਿੱਚ ਬੇਟਾ ਸ਼ਬਦ ਜਿੱਥੇ ਖਤਮ ਹੁੰਦਾ ਆ, ਵਾਰ ਆਸਾ ਮਹੱਲਾ ਪਹਿਲਾ, ਕਹਿਣ ਤੋਂ ਭਾਵ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਦੇ ਵਿੱਚੋਂ ਲਿਆ ਗਿਆ ਹੈ। ਪ੍ਰਸਿੱਧ ਬਾਣੀ ਆਸਾ ਦੀ ਵਾਰ ਦੇ ਵਿੱਚੋਂ ਇਸ ਸ਼ਬਦ ਨੂੰ ਲਿਆ ਗਿਆ ਹੈ, ਜਿਹਦਾ ਸਿਰਲੇਖ ਦਿੱਤਾ ਹੋਇਆ ਸੋ ਕਿਉ ਮੰਦਾ ਆਖੀਏ। ਮਹੱਲਾ ਪਹਿਲਾ 1 ਨੰਬਰ ਲੱਗਾ ਹੋਇਆ। ਮਹੱਲਾ ਸ਼ਬਦ ਤੋਂ ਭਾਵ ਕਿ ਸਾਨੂੰ ਪੜ੍ਹ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ। ਸੋ ਮਹੱਲਾ ਜਿਹੜਾ ਹੈ ਉਹ ਗੁਰੂ ਸਾਹਿਬਾਨਾਂ ਨੂੰ ਦਰਸਾਉਂਦਾ ਹੈ, ਪਹਿਲੇ ਗੁਰੂ, ਦੂਸਰੇ ਗੁਰੂ, ਤੀਜੇ ਗੁਰੂ ਜਾਂ ਚੌਥੇ ਗੁਰੂ। ਆਸਾ ਦੀ ਵਾਰ ਦੇ ਵਿੱਚੋਂ ਇਹ ਸ਼ਬਦ ਸੋ ਕਿਉ ਮੰਦਾ ਆਖੀਏ। ਇਹ ਸ਼ਬਦ ਜਿਹੜਾ ਹੈ ਬੇਟਾ ਇਹ ਗੁਰੂ ਸਾਹਿਬ ਨੇ ਉਸ ਸਮੇਂ ਉਚਾਰਨ ਕੀਤਾ ਜਦੋਂ 14ਵੀਂ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣਾ ਅਵਤਾਰ ਧਾਰਨ ਤੋਂ ਬਾਅਦ ਸਮਾਜ ਦੇ ਅੰਦਰ ਪ੍ਰਚਲਿਤ ਜਾਂ ਹੋ ਰਹੀਆਂ ਕੁਰੀਤੀਆਂ ਨੂੰ ਦੇਖਿਆ। ਉਹਨਾਂ ਦਾ ਮਨ ਜਿਹੜਾ ਸੀ ਉਹ ਬਹੁਤ ਹੀ ਦੁਖੀ ਹੋਇਆ, ਵਿਲੁੰਦਰਿਆ ਗਿਆ। ਤਾਂ ਉਹਨਾਂ ਨੇ ਸਮਾਜ ਦੇ ਲੋਕਾਂ ਨੂੰ ਸੇਧ ਦੇਣ ਲਈ ਔਰ ਇਸ ਸ਼ਬਦ ਦੇ ਰਾਹੀਂ ਇਸਤਰੀ ਨੂੰ ਉੱਚਾ ਦਰਜਾ ਦੇਣ ਦੀ ਉਹਨਾਂ ਨੇ ਗੱਲ ਕੀਤੀ ਹੈ। ਭਾਵ ਕਿ ਸੋ ਕਿਉ ਮੰਦਾ ਆਖੀਏ, ਮੰਦਾ ਮਾੜਾ, ਕਹਿੰਦੇ ਕਿ ਕਿਉਂ ਕਹਿਣਾ ਉਹਨੂੰ ਮਾੜਾ, ਅਸੀਂ ਕਿਉਂ ਕਹਿ ਰਹੇ ਹਾਂ। ਸੋ ਸ਼ਬਦ ਸਾਰਾ ਸ਼ੁਰੂ ਕਰਦੇ ਹਾਂ, ਫਿਰ ਉਹਦੇ ਭਾਵ ਅਰਥ ਜਿਹੜੇ ਤੁਹਾਨੂੰ ਕਲੀਅਰ ਹੋ ਜਾਣਗੇ। ਔਰ ਨਾਲ ਦੀ ਨਾਲ ਤੁਸੀਂ ਸ਼ਬਦਾਂ ਦੇ ਅਰਥ ਜਿਹੜੇ ਆ ਬੇਟਾ ਅੰਡਰਲਾਈਨ ਕਰੋ ਔਰ ਲਿਖਣੇ ਹੈ। ਸ਼ੁਰੂ ਕਰਦੇ ਹਾਂ। ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵੀ ਆ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਭੰਡ ਜੰਮੀਏ, ਭੰਡ, ਇੱਥੇ ਹੁਣ ਭੰਡ ਸ਼ਬਦ ਜਿਹੜਾ ਆ ਉਹ ਇਸਤਰੀ ਨੂੰ ਕਿਹਾ ਗਿਆ ਹੈ। ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੇ ਰਾਹੀਂ ਮਨੁੱਖ ਨੂੰ
ਆਗਾਹ ਕਰਦੇ ਹੋਏ ਕਹਿ ਰਹੇ ਹਨ ਕਿ ਮਨੁੱਖ ਇਸਤਰੀ ਤੋਂ ਜਨਮ ਲੈਂਦਾ ਹੈ। ਭੰਡ ਜੰਮੀਏ, ਜੰਮੀਏ ਮਤਲਬ ਜਨਮ ਲੈਂਦਾ ਹੈ। ਭੰਡ ਨਿਮੀਏ, ਨਿਮੀਏ ਮਤਲਬ ਵਿਕਾਸ ਹੁੰਦਾ ਹੈ। ਨਿਮੀਏ ਪ੍ਰਾਣੀ ਦਾ ਸਰੀਰ ਬਣਦਾ ਹੈ, ਭਾਵ ਔਰਤ ਦੇ ਪੇਟ ਅੰਦਰ ਮਨੁੱਖ ਦਾ ਵਿਕਾਸ ਹੁੰਦਾ ਹੈ। ਭੰਡ ਮੰਗਣ ਵਿਆਹ, ਵਿਆਹ ਤੋਂ ਭਾਵ ਵਿਆਹ ਹੋਣਾ। ਅਤੇ ਫਿਰ ਕਹਿੰਦੇ ਔਰਤ ਦੇ ਨਾਲ ਹੀ ਉਸ ਪੁਰਸ਼ ਦੀ, ਵਿਅਕਤੀ ਦੀ ਮੰਗਣੀ ਹੁੰਦੀ ਹੈ, ਕੁੜਮਾਈ ਹੁੰਦੀ ਹੈ ਅਤੇ ਉਸ ਦੇ ਨਾਲ ਹੀ ਫਿਰ ਉਸ ਦਾ ਵਿਆਹ ਹੁੰਦਾ ਹੈ। ਭੰਡੋ ਹੋਵੇ ਦੋਸਤੀ, ਭੰਡੋ ਇਸਤਰੀ ਦੇ ਨਾਲ ਹੀ ਉਸਦੀ ਦੋਸਤੀ ਹੁੰਦੀ ਹੈ, ਸਾਂਝ ਹੁੰਦੀ ਹੈ। ਭੰਡੋ ਚੱਲੇ ਰਾਹ, ਚੱਲੇ ਰਾਹ ਮਤਲਬ ਖਾਨਦਾਨ ਦਾ ਵਾਧਾ ਹੋਣਾ ਅਤੇ ਸੰਤਾਨ ਦੀ ਉਤਪਤੀ ਦਾ ਰਸਤਾ ਵੀ ਸਾਡੇ ਕੋਲ ਇੱਕੋ ਹੀ ਹੈ, ਇਸਤਰੀ। ਇਸਤਰੀ ਹੀ ਸੰਤਾਨ ਦੀ ਉਤਪਤੀ ਦਾ ਰਾਹ ਬਣਦੀ ਹੈ, ਜ਼ਰੀਆ ਬਣਦੀ ਹੈ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਦਾਨ। ਅਗਲੀ ਲਾਈਨ ਦੇ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ? ਭੰਡ ਮੂਆ ਭੰਡ ਭਾਲੀਏ। ਜੇਕਰ ਕਿਸੇ ਇੱਕ ਪੁਰਸ਼ ਦੀ ਔਰਤ, ਭਾਵ ਵਿਆਹੇ ਹੋਏ ਪਤੀ ਪਤਨੀ ਦੇ ਵਿੱਚੋਂ ਪਤੀ ਦੀ ਪਤਨੀ ਮਰ ਜਾਂਦੀ ਹੈ, ਭੰਡ ਮੂਆ ਕਿ ਜੇਕਰ ਇਸਤਰੀ ਮਰ ਜਾਂਦੀ ਹੈ, ਭੰਡ ਭਾਲੀਏ ਤਾਂ ਉਹ ਪੁਰਸ਼ ਜਿਹੜਾ ਆ, ਉਹ ਵਿਅਕਤੀ ਜਿਹੜਾ ਆ, ਹੋਰ ਇਸਤਰੀ ਦੀ ਭਾਲ ਵਿੱਚ ਲੱਗ ਜਾਂਦਾ ਹੈ, ਹੋਰ ਇਸਤਰੀ ਲੱਭਣ ਲੱਗ ਜਾਂਦਾ ਹੈ। ਭੰਡ ਹੋਵੇ ਬੰਧਾਨ, ਇਸ ਤਰ੍ਹਾਂ ਇਸਤਰੀ ਦੇ ਨਾਲ ਹੀ ਉਹ ਸਮਾਜਿਕ ਬੰਧਨਾਂ ਦੇ ਵਿੱਚ, ਬੰਦੇਜ, ਬੰਧਾਨ ਮਤਲਬ ਬੰਨ੍ਹਿਆ ਹੁੰਦਾ ਹੈ ਕਿ ਇਸਤਰੀ ਦੇ ਨਾਲ ਹੀ ਉਸਦੇ ਸਮਾਜ ਦੇ ਜਿੰਨੇ ਵੀ ਸੰਬੰਧ ਬਣਦੇ ਨੇ, ਸਾਕੇਦਾਰੀ, ਰਿਸ਼ਤੇਦਾਰੀ, ਨਾਤਾ ਜੁੜਦਾ ਹੈ, ਉਹ ਇਸਤਰੀ ਦੇ ਜ਼ਰੀਏ ਹੀ ਬਣਦਾ ਹੈ। ਫਿਰ ਕਹਿੰਦੇ ਜੇ ਇੰਨਾ ਸਾਰਾ ਕੁਝ ਸਾਨੂੰ ਇਸਤਰੀ ਦੇ ਨਾਲ ਰਹਿ ਕੇ ਪ੍ਰਾਪਤ ਹੁੰਦਾ ਹੈ, ਜਨਮ ਵੀ ਸਾਨੂੰ ਇਸਤਰੀ ਦਿੰਦੀ ਹੈ, ਉਸ ਦੇ ਅੰਦਰ ਹੀ ਸਾਡਾ ਸਰੀਰ ਪਲਦਾ ਹੈ, ਉਸ ਦੇ ਨਾਲ ਹੀ ਮੰਗਣੀ ਹੁੰਦੀ ਹੈ ਪੁਰਸ਼ ਦੀ, ਉਸ ਦੇ ਨਾਲ ਹੀ ਵਿਆਹ ਹੁੰਦਾ ਹੈ। ਜੇਕਰ ਇੱਕ ਔਰਤ ਮਰ ਜਾਵੇ ਅਤੇ ਦੂਸਰੀ ਦੀ ਭਾਲ ਕਰਨ ਲੱਗ ਪੈਂਦਾ ਹੈ ਅਤੇ ਫਿਰ ਪ੍ਰਸ਼ਨ ਕਰਦੇ ਨੇ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਫਿਰ ਉਸ ਔਰਤ ਨੂੰ, ਉਸ ਇਸਤਰੀ ਨੂੰ ਅਸੀਂ ਮੰਦਾ ਜਾਂ ਬੁਰਾ ਭਲਾ ਕਿਉਂ ਕਹਿੰਦੇ ਹਾਂ, ਕਿਉਂ ਕਿਹਾ ਕਹਿੰਦੇ ਹਾਂ? ਜਿਤ ਜੰਮੇ ਰਾਜਾਨ, ਰਾਜਾਨ ਤੋਂ ਭਾਵ ਆ ਰਾਜੇ, ਕਿ ਜਿਸ ਦੀ ਕੁੱਖ ਤੋਂ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਜਨਮ ਲੈਂਦੇ ਹਨ, ਫਿਰ ਉਹ ਇਸਤਰੀ ਮਾੜੀ ਕਿਵੇਂ ਹੋ ਸਕਦੀ ਹੈ? ਭੰਡੋ ਹੀ ਭੰਡ ਉਪਜੈ, ਭੰਡੇ ਬਾਝ ਨਾ ਕੋਏ। ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਇੱਕ ਇਸਤਰੀ ਵੀ ਇਸਤਰੀ ਤੋਂ ਹੀ ਜਨਮ ਲੈਂਦੀ ਹੈ। ਕਹਿਣ ਤੋਂ ਭਾਵ ਇੱਕ ਔਰਤ ਹੀ ਲੜਕੇ ਨੂੰ ਜਨਮ ਦੇ ਸਕਦੀ ਹੈ ਜਾਂ ਲੜਕੀ ਨੂੰ ਜਨਮ ਦੇ ਸਕਦੀ ਹੈ। ਇਸਤਰੀ ਤੋਂ ਬਿਨਾਂ ਕੋਈ ਵੀ ਮਨੁੱਖ ਜਿਹੜਾ ਹੈ ਉਹ ਪੈਦਾ ਨਹੀਂ ਹੋ ਸਕਦਾ। ਭੰਡੇ ਹੀ ਭੰਡ ਉਪਜੈ, ਉਪਜੈ ਤੋਂ ਭਾਵ ਹੈ ਪੈਦਾ ਹੁੰਦਾ, ਕਿ ਇਸਤਰੀ ਤੋਂ ਹੀ ਇੱਕ ਦੂਜੀ ਔਰਤ ਜਾਂ ਇਸਤਰੀ, ਲੜਕੀ ਜਨਮ ਲੈਂਦੀ ਹੈ। ਭੰਡੇ ਬਾਝ ਨਾ ਕੋਏ, ਅਤੇ ਇਸਤਰੀ ਤੋਂ ਬਿਨਾਂ ਇਸ ਧਰਤੀ ਦੇ ਉੱਪਰ, ਔਰਤ ਤੋਂ ਬਿਨਾਂ ਇਸ ਧਰਤੀ ਦੇ ਉੱਪਰ ਮਨੁੱਖ ਦਾ ਹੋਰ ਜਨਮ ਕਦੇ ਵੀ ਕਿਸੇ ਵੀ ਜ਼ਰੀਏ ਨਹੀਂ ਹੋ ਸਕਦਾ। ਸੋ ਗੁਰੂ ਸਾਹਿਬ ਜੀ ਦੇ ਅਨੁਸਾਰ ਅਗਲੀ ਲਾਈਨ ਦੇ ਵਿੱਚ ਕੀ ਕਹਿੰਦੇ ਨੇ? ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ। ਸਿਰਫ ਕਹਿੰਦੇ ਕਿ ਜੇਕਰ ਇਸਤਰੀ ਤੋਂ ਬਿਨਾਂ ਕੋਈ ਹੈ, ਇਸਤਰੀ ਤੋਂ ਬਾਹਰਾ, ਜਿਸ ਨੇ ਇਸਤਰੀ ਦੇ ਕੁੱਖ ਤੋਂ ਜਨਮ ਨਹੀਂ ਲਿਆ, ਤਾਂ ਉਹ ਕੌਣ ਹੈ? ਏਕੋ, ਏਕੋ ਮਤਲਬ ਸਤ ਸਰੂਪ ਪਰਮਾਤਮਾ, ਪ੍ਰਭੂ, ਇੱਕ ਓਂਕਾਰ, ਸੱਚਾ ਸੋਏ, ਜੋ ਹਮੇਸ਼ਾ ਸੱਚਾ ਹੈ। ਸੋਏ, ਸੋਏ ਮਤਲਬ ਹੈ, ਆਪਣੇ ਆਪ ਦੇ ਵਿੱਚ ਸੱਚਾ ਹੈ, ਉਹ ਹੀ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਉਸ ਨੇ ਇਸਤਰੀ ਤੋਂ ਜਨਮ ਨਹੀਂ ਲਿਆ। ਸੋ ਅਖੀਰ ਦੇ ਵਿੱਚ
ਗੁਰੂ ਸਾਹਿਬ ਸਾਨੂੰ ਫਰਮਾਨ ਕਰਦੇ ਹਨ ਕਿ ਜਿਤ ਮੁਖ ਸਦਾ ਸਲਾਹੀਏ ਭਾਗਾਂ ਰਤੀ ਚਾਰ। ਜਿਤ ਮੁਖ, ਜਿਤ ਮਤਲਬ ਜਿਹੜੇ, ਮੁਖ ਤੋਂ ਭਾਵ ਹੈ ਮੂੰਹ, ਕਿ ਜਿਹੜੇ ਮੂੰਹ ਤੋਂ ਪਰਮਾਤਮਾ ਦੀ ਸਦਾ ਸਲਾਹਣਾ ਹੁੰਦੀ ਹੈ, ਸਿਫਤ ਸਲਾਹ ਹੁੰਦੀ ਹੈ, ਪ੍ਰਭੂ ਦੀ ਸਿਫਤ ਕੀਤੀ ਜਾਂਦੀ ਹੈ, ਵਡਿਆਈ ਕੀਤੀ ਜਾਂਦੀ ਹੈ, ਭਾਗਾਂ ਰਤੀ ਚਾਰ। ਉਹ ਮਨੁੱਖ ਬਹੁਤ ਹੀ ਭਾਗਾਂ ਵਾਲੇ ਹਨ, ਸੋਹਣੇ ਹਨ ਅਤੇ ਸਭ ਤੋਂ ਉੱਤਮ ਹਨ, ਅਤੇ ਉਹਨਾਂ ਦਾ ਮੁੱਖ ਜਿਹੜਾ ਆ ਫਿਰ ਸਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਕਿ ਜਿਹੜੇ ਮੂੰਹ ਦੇ ਨਾਲ ਪਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ ਜਾਂ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ, ਉਹ ਮੁੱਖ ਜਿਹੜਾ ਆ ਸਭ ਨੂੰ ਹੀ ਚੰਗਾ ਲੱਗਦਾ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਫਿਰ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਉਹ ਮੁਖ ਜਿਹੜੇ ਹਮੇਸ਼ਾ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਲੱਗੇ ਰਹਿੰਦੇ ਹਨ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਬਹੁਤ ਹੀ ਸਲਾਹੇ ਜਾਂਦੇ ਹਨ। ਨਾਨਕ ਤੇ ਮੁਖ ਉਜਲੇ, ਉਜਲੇ ਮਤਲਬ ਸਾਫ ਸੁਥਰੇ, ਪਵਿੱਤਰ, ਤੇ ਤਿਤ ਸੱਚੇ ਦਰਬਾਰ, ਉਹ ਸੱਚੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲੇ ਜਾਂਦੇ ਹਨ। ਤਿਤ ਸੱਚੇ ਦਰਬਾਰ, ਤਿਤ ਮਤਲਬ ਉਹ ਮਨੁੱਖ ਉੱਥੇ ਪਵਿੱਤਰ ਮੰਨੇ ਜਾਂਦੇ ਹਨ, ਉਜਲੇ ਮੰਨੇ ਜਾਂਦੇ ਹਨ, ਜਿਨ੍ਹਾਂ ਦੇ ਮੁਖ ਤੋਂ ਪਰਮਾਤਮਾ ਦਾ ਨਾਮ ਸਿਮਰਨ ਨਿਕਲਦਾ ਹੈ, ਜੁੜਦਾ ਹੈ। ਸੋ ਇਹ ਸੀ ਜੀ ਤੁਹਾਡਾ ਸ਼ਬਦ ਸੋ ਕਿਉਂ ਮੰਦਾ ਆਖੀਏ। ਜੇਕਰ ਇਹਦਾ ਕੇਂਦਰੀ ਭਾਵ ਲਿਖਣਾ ਹੋਵੇ ਤਾਂ ਅਸੀਂ 3 ਜਾਂ 4 ਲਾਈਨਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਸ਼ਬਦ ਦੇ ਰਾਹੀਂ ਇੱਕ ਔਰਤ ਦੀ ਮਹਾਨਤਾ ਨੂੰ ਦਰਸਾਉਂਦਿਆਂ ਹੋਇਆਂ ਕਿਹਾ ਹੈ ਕਿ ਜਿਹੜੀ ਔਰਤ ਮਨੁੱਖ ਦੇ ਜਿਹੜਾ ਪੁਰਸ਼ ਮਨੁੱਖ ਦੇ ਪੇਟ ਤੋਂ, ਔਰਤ ਦੇ ਪੇਟ ਤੋਂ ਜਨਮ ਲੈਂਦਾ ਹੈ, ਉਸ ਨੂੰ ਕਦੇ ਵੀ ਮਾੜਾ ਨਹੀਂ ਆਖਣਾ ਚਾਹੀਦਾ, ਕਿਉਂਕਿ ਇੱਕ ਔਰਤ ਦੇ ਨਾਲ ਹੀ ਸਾਡੇ ਸਮਾਜ ਦੇ ਸਾਰੇ ਰਿਸ਼ਤੇ ਜਿਹੜੇ ਆ ਉਹ ਜੁੜੇ ਹੁੰਦੇ ਹਨ। ਸੋ ਇਹਦੇ ਨਾਲ ਤੁਸੀਂ ਇਹਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ, ਸ਼ਬਦ ਅਰਥ ਯਾਦ ਕਰਨੇ ਨੇ, ਅਤੇ ਜਿਹੜੀ ਅਸੀਂ ਇੰਟਰੋਡਕਸ਼ਨ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਕੀਤੀ ਹੈ, ਜ਼ਰੂਰ ਉਹਨਾਂ ਦੇ ਵਿੱਚੋਂ 1 ਵਰਡ ਕੁਐਸਚਨ ਜਿਹੜੇ ਆ ਤੁਸੀਂ ਆਪ ਫਰੇਮ ਕਰਕੇ ਉਹਨਾਂ ਦੇ ਆਨਸਰ 10 ਘੱਟ ਤੋਂ ਘੱਟ ਜਿਹੜੇ ਆ 10 ਕੁਐਸਚਨਾਂ ਦੇ ਆਨਸਰ ਜਿਹੜੇ ਆ ਤੁਸੀਂ ਆਪ ਬਣਾਉਣੇ ਨੇ, ਲਿਖਣੇ ਨੇ। ਬੈਕ ਐਕਸਰਸਾਈਜ਼ ਦੇ ਕੁਐਸਚਨ ਆਨਸਰਸ ਤੁਹਾਨੂੰ ਭੇਜੇ ਜਾਣਗੇ ਤੁਹਾਡੇ ਗਰੁੱਪ ਦੇ ਵਿੱਚ, ਅਤੇ ਉਹ ਤੁਸੀਂ ਸੋਲਵ ਕਰਨੇ ਨੇ ਆਪਣੀਆਂ ਨੋਟਬੁੱਕਸ ਦੇ ਉੱਪਰ। ਥੈਂਕ ਯੂ।